ਲੱਖਾਂ ਮੁਲਾਜ਼ਮਾਂ ਨਾਲ ਵੱਡਾ ਧੋਖਾ। ਦਿੱਲੀੋਂ ਕੜੀ ਖਤਰਨਾਕ ਸਿਆਸੀ ਚਾਲ। ਰਾਹਤ ਦਾ ਨਾਂ ਗੁਲਾਮੀ ਦਾ ਕਾਨੂੰਨ। ਸੱਤਾ ਦੀਆਂ ਬੰਦ ਬਾਰੀਆਂ ਦੇ ਪਿੱਛੇ ਅੱਜ ਇੱਕ ਅਜਿਹਾ ਖੇਡ ਖੇਡਿਆ ਜਾ ਰਿਹਾ ਹੈ ਜਿਸ ਦੀ ਪਿਣਕ ਤੱਕ ਪੰਜਾਬ ਦੇ ਲੱਖਾਂ ਘਰਾਂ ਵਿੱਚ ਚੁੱਲ੍ਹੇ ਬਾਲਣ ਵਾਲਿਆਂ ਨੂੰ ਨਹੀਂ ਲੱਗਣ ਦਿੱਤੀ ਗਈ। ਜਦੋਂ ਸਾਰਾ ਪੰਜਾਬ ਸੋਚ ਰਿਹਾ ਸੀ ਕਿ ਚੰਡੀਗੜ੍ਹ ਦੇ ਸਰਕਾਰੀ ਗਲਿਆਰਿਆਂ ਵਿੱਚ ਮੁਲਾਜ਼ਮਾਂ ਦੇ ਹੱਕਾਂ ਦੀ ਕੋਈ ਨਵੀਂ ਸਵੇਰ ਚੜ੍ਹਨ ਵਾਲੀ ਹੈ, ਠੀਕ ਉਸੇ ਵੇਲੇ ਇੱਕ ਅਜਿਹੀ ਫਾਈਲ ਉੱਤੇ ਚੁੱਪਚਾਪ ਦਸਤਖਤ ਕਰਵਾ ਲਏ ਗਏ ਜਿਸ ਨੇ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਹਨੇਰੇ ਵਿੱਚ ਧੱਕੇ ਦਿੱਤਾ ਹੈ। ਇਹ ਕੋਈ ਸਾਧਾਰਨ ਕਾਗਜ਼ੀ ਕਾਰਵਾਈ ਨਹੀਂ, ਸਗੋਂ ਪੰਜਾਬ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਯਾਨੀ ਅੱਜ ਸੋਮਵਾਰ 10 ਅਗਸਤ ਨੂੰ ਖੇਡੀ ਗਈ ਇੱਕ ਅਜਿਹੀ ਸਿਆਸੀ ਚਾਲ ਹੈ ਜਿਸ ਦੀ ਪਲੈਨਿੰਗ ਪੰਜਾਬ ਤੋਂ ਦੂਰ ਦਿੱਲੀ ਦੇ ਬੰਦ ਕਮਰਿਆਂ ਵਿੱਚ ਬੈਠ ਕੇ ਕਰੀ ਗਈ ਸੀ। ਐਤਵਾਰ ਨੂੰ ਦਿੱਲੀੋਂ ਵਾਪਸੀ ਹੁੰਦੀ ਹੈ, ਉੱਥੇ ਬੈਠ ਕੇ ਕਈ ਵੱਡੇ ਫੈਸਲਿਆਂ ਅਤੇ ਖਤਾਂ ਦੀ ਲਿਖਾ ਪੜ੍ਹੀ ਹੁੰਦੀ ਹੈ ਤੇ ਅਗਲੀ ਹੀ ਸਵੇਰ ਪੰਜਾਬ ਦੀ ਵਿਧਾਨ ਸਭਾ ਵਿੱਚ ਇੱਕ ਅਜਿਹਾ ਧਮਾਕਾ ਕਰ ਦਿੱਤਾ ਜਾਂਦਾ ਹੈ ਜਿਸ ਦੀ ਗੂੰਜ ਹੁਣ ਪੰਜਾਬ ਦੀਆਂ ਸੜਕਾਂ ਤੇ ਸੁਣਾਈ ਦੇਵੇਗੀ। ਚੋਰ ਮੋਰੀਓਂ ਲਿਆਂਦੇ ਜਾ ਰਹੇ ਇਸ ਫੈਸਲੇ ਦਾ ਸੱਚ ਜਦੋਂ ਤੁਹਾਡੇ ਸਾਹਮਣੇ ਆਵੇਗਾ ਤਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਸਰਕਾਰ ਜਿਸ ਚੀਜ਼ ਨੂੰ ਵੱਡੀ ਰਾਹਤ ਅਤੇ ਇਤਿਹਾਸਿਕ ਕਦਮ ਦੱਸ ਕੇ ਟੋਲ ਵਜਾ ਰਹੀ ਹੈ, ਉਸ ਦੀ ਅਸਲ ਹਕੀਕਤ ਇਹ ਹੈ ਕਿ ਵਿਰੋਧੀ ਧਿਰ ਨੂੰ ਚਰਚਾ ਕਰਨ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ। ਸੈਸ਼ਨ ਦਾ ਆਖਰੀ ਦਿਨ ਹੀ ਕਿਉਂ ਚੁਣਿਆ ਗਿਆ? ਕਿਉਂਕਿ ਸਰਕਾਰ ਜਾਣਦੀ ਸੀ ਕਿ ਜੇਕਰ ਇਸ ਮੁੱਦੇ ਤੇ ਖੁੱਲ੍ਹ ਕੇ ਬਹਿਸ ਹੋ ਗਈ ਤਾਂ ਸਦਨ ਤੋਂ ਲੈ ਕੇ ਸੜਕਾਂ ਤੱਕ ਬਵਾਲ ਮਚ ਜਾਵੇਗਾ। ਅੱਜ 10 ਅਗਸਤ ਨੂੰ ਸਦਨ ਵਿੱਚ ਜੋ ਪੇਸ਼ ਕੀਤਾ ਜਾ ਰਿਹਾ ਹੈ ਉਹ ਪੰਜਾਬ ਦੇ ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਦੇ ਭਵਿੱਖ ਨਾਲ ਕੀਤਾ ਗਿਆ ਇੱਕ ਅਜਿਹਾ ਕੋਝਾ ਮਜ਼ਾਕ ਹੈ ਜਿਸ ਨੂੰ ਰਾਹਤ ਦਾ ਨਾਂ ਦੇ ਕੇ ਪਰੋਸਿਆ ਜਾ ਰਿਹਾ ਹੈ, ਪਰ ਅਸਲ ਵਿੱਚ ਇਹ ਗੁਲਾਮੀ ਦਾ ਇੱਕ ਨਵਾਂ ਕਾਨੂੰਨੀ ਲਿਬਾਸ ਹੈ। ਹੁਣ ਖੋਲਦੇ ਹਾਂ ਇਸ ਪੂਰੇ ਖੇਡ ਦਾ ਕੱਚਾ ਚਿੱਠਾ। ਪੰਜਾਬ ਸਟੇਟ ਆਊਟਸੋਰਸਡ ਪਰਸਨਲ ਟ੍ਰਾਂਜੀਸ਼ਨ ਟੂ ਕੰਟਰੈਕਚੁਅਲ ਇੰਗੇਜਮੈਂਟ ਬਿੱਲ 2026 ਦੇ ਨਾਂ ਹੇਠ ਜੋ ਖੇਡ ਰਚਿਆ ਗਿਆ ਹੈ ਉਹ 51 ਵਿਭਾਗਾਂ ਵਿੱਚ ਦਿਨ ਰਾਤ ਖੂਨ ਪਸੀਨਾ ਬਹਾਉਣ ਵਾਲੇ 65,000 ਤੋਂ ਵੱਧ ਆਊਟਸੋਰਸ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਧੂੜ ਚੌਂਕਣ ਤੋਂ ਵੱਧ ਕੁਝ ਨਹੀਂ ਹੈ। ਰਾਜਪਾਲ ਵੱਲੋਂ ਇਸ ਬਿੱਲ ਨੂੰ ਮਨਜ਼ੂਰੀ ਦਿਵਾ ਕੇ ਅੱਜ ਸੋਮਵਾਰ ਨੂੰ ਸਦਨ ਵਿੱਚ ਲਿਆ ਕੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਅਸੀਂ ਠੇਕੇਦਾਰੀ ਸਿਸਟਮ ਨੂੰ ਜੜੋਂ ਪੁੱਟ ਦਿੱਤਾ ਹੈ ਅਤੇ ਵਿਚੌਲੀਏ ਠੇਕੇਦਾਰਾਂ ਦਾ ਕਮਿਸ਼ਨ ਖਤਮ ਕਰਕੇ ਮੁਲਾਜ਼ਮਾਂ ਨੂੰ ਸਿੱਧੇ ਸਰਕਾਰੀ ਕੰਟਰੈਕਟ ਤੇ ਲਿਆਂਦਾ ਹੈ। ਪਰ ਜ਼ਰਾ ਠਹਿਰੋ, ਇਸ ਚਮਕਦਾਰ ਦਾਅਵੇ ਦੇ ਪਿੱਛੇ ਦਾ ਕਾਲਾ ਸੱਚ ਸਮਝੋ। ਇਹ ਕੋਈ ਪੱਕੀ ਨੌਕਰੀ ਦਾ ਤੋਹਫਾ ਨਹੀਂ ਹੈ, ਇਹ ਤਾਂ ਇੱਕ ਅਜਿਹਾ ਚੱਕਰਵਿਊਹ ਹੈ ਜਿਸ ਵਿੱਚੋਂ ਮੁਲਾਜ਼ਮ ਆਪਣੀ ਪੂਰੀ ਜਵਾਨੀ ਲੰਘਾ ਕੇ ਵੀ ਬਾਹਰ ਨਹੀਂ ਨਿਕਲ ਸਕਦਾ। ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਅੰਦਰ ਜਦੋਂ ਪੰਜਾਬ ਵਿੱਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਤਾਂ ਬਹੁਤ ਸਾਰੇ ਕਾਮੇ, ਬਹੁਤ ਸਾਰੇ ਪੰਜਾਬ ਦੇ ਉਹ ਲੋਕ ਜਿਹੜੇ ਆਊਟਸੋਰਸ ਦੇ ਉੱਤੇ ਸਰਵਿਸ ਵਿੱਚ ਲਏ ਗਏ ਸੀ, ਯਾਨੀ ਕਿ ਸਾਡੇ ਕਾਮੇ ਜਿਹੜੇ ਠੇਕੇਦਾਰਾਂ ਰਾਹੀਂ ਕੰਮ ਜਿਹਨਾਂ ਤੋਂ ਕਰਵਾਇਆ ਜਾਂਦਾ ਸੀਗਾ, ਉਹਨੂੰ ਲੈ ਕੇ ਅੱਜ ਇੱਕ ਮਹੱਤਵਪੂਰਨ ਬਿੱਲ, ਇੱਕ ਇਤਿਹਾਸਕ ਬਿੱਲ ਜਿਹੜਾ ਮਨੀ ਬਿੱਲ ਜਿਹਨੂੰ ਅਸੀਂ ਕਹਿੰਦੇ ਆਗੇ, ਉਹ ਮਨੀ ਬਿੱਲ ਜਿਹੜਾ ਅੱਜ ਅਸੀਂ ਪਾਸ ਕੀਤਾ ਕਿ ਆਊਟਸੋਰਸ ਤੇ ਕੰਮ ਕਰਦੇ ਕਾਮਿਆਂ ਨੂੰ ਸਿੱਧੇ ਤੌਰ ਤੇ ਸਰਕਾਰ ਦੇ ਅਧੀਨ ਕੰਟਰੈਕਟ ਤੇ ਲੈਣ ਸੰਬੰਧੀ ਇਹ ਬਿੱਲ ਜਿਹੜਾ ਅੱਜ ਪੰਜਾਬ ਦੀ ਕੈਬਨਿਟ ਨੇ ਮਨਜ਼ੂਰ ਕੀਤਾ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਆ ਤਾਂ ਹੁਣ ਇਹ ਬਿੱਲ ਜਿਹੜਾ ਕੱਲ ਜਾਂ ਪਰਸੋਂ ਜਾਂ ਮੰਡੇ ਨੂੰ 3 ਦਿਨਾਂ ਦੇ ਅੰਦਰ ਅੰਦਰ ਪੰਜਾਬ ਵਿਧਾਨ ਸਭਾ ਦੇ ਟੇਬਲ ਹੋਊਗਾ, ਜਿਹਨੂੰ ਅਸੀਂ ਪਾਸ ਕਰਕੇ ਆਨਰੇਬਲ ਗਵਰਨਰ ਸਾਹਿਬ ਦੇ ਭੇਜਾਂਗੇ। ਔਰ ਉਸ ਤੋਂ ਪਹਿਲਾਂ ਸਾਨੂੰ ਇਸ, ਕਿਉਂਕਿ ਇਹ ਮਨੀ ਬਿੱਲ ਆ, ਮੈਂ ਕਲੀਅਰ ਕਰਦਾ, ਮਨੀ ਬਿੱਲ ਨੂੰ ਪ੍ਰੈਜ਼ੈਂਟ ਕਰਨ ਦੇ ਲਈ ਪ੍ਰੀ ਅਪਰੂਵਲ ਜਿਹੜੀ ਆ ਪ੍ਰਿਓਰ ਅਪਰੂਵਲ ਫਰੋਮ ਦੀ ਆਨਰੇਬਲ ਗਵਰਨਰ ਸਾਹਿਬ ਉਹ ਲੈਣੀ ਪਊਗੀ। ਉਹ ਅਸੀਂ ਅੱਜ ਹੀ ਅਪਰੂਵਲ ਲੈਣ ਲਈ ਭੇਜ ਦਾਂਗੇ। ਮੈਨੂੰ ਪੂਰਨ ਆਸ ਆ ਕਿ ਗਵਰਨਰ ਸਾਹਿਬ ਕੱਲ ਜਾਂ ਸ਼ਾਮ ਨੂੰ, ਕੱਲ ਨੂੰ ਜਾਂ ਪਰਸੋਂ ਤੱਕ ਇਹਦੀ ਅਪਰੂਵਲ ਭੇਜ ਦੇਣਗੇ ਤਾਂ ਉਸ ਤੋਂ ਬਾਅਦ ਇਹ ਬਿੱਲ ਦੇ ਰੂਪ ਵਿੱਚ ਵਿਧਾਨ ਸਭਾ 'ਚ ਪੇਸ਼ ਕੀਤਾ ਜਾਊਗਾ। ਇਸ ਬਿੱਲ ਦੀਆਂ ਸ਼ਰਤਾਂ ਸੁਣ ਕੇ ਹੀ ਰੂਹ ਕੰਬ ਜਾਂਦੀ ਹੈ। ਸਰਕਾਰ ਕਹਿੰਦੀ ਹੈ ਕਿ ਜਿਨ੍ਹਾਂ ਗਰੁੱਪ ਸੀ ਅਤੇ ਡੀ ਦੇ ਆਊਟਸੋਰਸ ਮੁਲਾਜ਼ਮਾਂ ਨੇ ਲਗਾਤਾਰ 5 ਸਾਲ ਸੇਵਾ ਕੀਤੀ ਹੈ ਉਹ ਸਿੱਧੇ ਸਰਕਾਰੀ ਕੰਟਰੈਕਟ ਤੇ ਆਉਣਗੇ। ਜਿਹੜੇ ਖਤਰਨਾਕ ਕੰਮਾਂ ਵਿੱਚ ਲੱਗੇ ਹਨ ਜਿਵੇਂ ਸਫਾਈ ਕਰਮਚਾਰੀ, ਸੀਵਰਮੈਨ, ਫਾਇਰਮੈਨ ਜਾਂ ਪਾਵਰ ਲਾਈਨਮੈਨ, ਉਹਨਾਂ ਲਈ ਇਹ ਸਮਾਂ 3 ਸਾਲ ਰੱਖਿਆ ਗਿਆ ਹੈ। ਪਰ ਅਸਲ ਧੋਖਾ ਤਾਂ ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ। ਕੰਟਰੈਕਟ ਤੇ ਆਉਣ ਤੋਂ ਬਾਅਦ ਵੀ ਤੁਹਾਨੂੰ ਪੱਕੇ ਹੋਣ ਦੀ ਕੋਈ ਗਾਰੰਟੀ ਨਹੀਂ ਮਿਲਦੀ। ਸਰਕਾਰ ਨੇ ਸ਼ਰਤ ਰੱਖੀ ਹੈ ਕਿ ਕੰਟਰੈਕਟ ਤੇ ਹੋਰ 10 ਸਾਲ ਕੰਮ ਕਰਨ ਤੋਂ ਬਾਅਦ ਜਾ ਕੇ ਕਿਤੇ ਖਾਲੀ ਪੋਸਟਾਂ ਤੇ ਪੱਕਾ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਯਾਨੀ ਪਹਿਲਾਂ 5 ਸਾਲ ਆਊਟਸੋਰਸ ਧੱਕੇ ਖਾਓ, ਫਿਰ 10 ਸਾਲ ਕੰਟਰੈਕਟ ਦੀ ਤਲਵਾਰ ਹੇਠ ਜੀਓ। यानी कुल 13 तो 15 साल तक बंदा अनिश्चितता दे लटकदे तख्ते ते रहेगा।
ਕਿ ਇਸ ਨੂੰ ਕਹਿੰਦੇ ਹਨ ਇਨਸਾਫ। ਜਿਹੜੇ ਮੁਲਾਜ਼ਮ ਪਿਛਲੇ 10-10 12-12 ਸਾਲਾਂ ਤੋਂ ਪਹਿਲਾਂ ਹੀ ਆਪਣੀ ਜਵਾਨੀ ਰੋਲ ਚੁੱਕੇ ਹਨ, ਉਹ ਹੁਣ ਹੋਰ 10 ਸਾਲ ਉਡੀਕ ਕਰਨਗੇ। ਉਦੋਂ ਤੱਕ ਤਾਂ ਅੱਧੇ ਮੁਲਾਜ਼ਮ ਰਿਟਾਇਰਮੈਂਟ ਦੀ ਉਮਰ ਲੰਘਾ ਕੇ ਘਰ ਬੈਠ ਜਾਣਗੇ। ਤਨਖਾਹਾਂ ਦਾ ਰੋਣਾ ਤਾਂ ਇਸ ਤੋਂ ਵੀ ਵੱਡਾ ਹੈ। ਵਿੱਤ ਵਿਭਾਗ ਤਨਖਾਹ ਤੈਅ ਕਰੇਗਾ, ਪਰ ਸਰਕਾਰ ਨੇ ਸਾਫ਼ ਲਿਖ ਦਿੱਤਾ ਹੈ ਕਿ ਇਹ ਘੱਟੋ-ਘੱਟ ਉਜਰਤ ਯਾਨੀ ਮਿਨੀਮਮ ਵੇਜਸ ਤੋਂ ਘੱਟ ਨਹੀਂ ਹੋਵੇਗੀ। ਇਸ ਦਾ ਮਤਲਬ ਸਮਝਦੇ ਹੋ? ਇਸ ਦਾ ਮਤਲਬ ਇਹ ਹੈ ਕਿ ਮੁਲਾਜ਼ਮ ਨੂੰ ਤਨਖਾਹ ਸਿਰਫ ਉੱਥੇ ਤੱਕ ਹੀ ਮਿਲੇਗੀ ਜਿੱਥੇ ਮਜ਼ਦੂਰੀ ਦੀ ਆਖਰੀ ਹੱਦ ਹੁੰਦੀ ਹੈ। ਪੱਕੇ ਮੁਲਾਜ਼ਮਾਂ ਵਾਂਗ ਨਾ ਪੂਰਾ ਡੀਏ ਮਿਲੇਗਾ, ਨਾ ਸਰਕਾਰੀ ਪੱਤੇ ਮਿਲਣਗੇ, ਨਾ ਕੋਈ ਪੈਨਸ਼ਨ ਸਕੀਮ ਹੋਵੇਗੀ। ਹਾਂ, ਪੀਐਫ, ESI, ਗ੍ਰੈਚੁਇਟੀ, ਮੈਟਰਨਿਟੀ ਲੀਵ ਅਤੇ ਸਾਲ ਵਿੱਚ 10 ਕੈਜੂਅਲ ਲੀਵਾਂ ਦਾ ਵਾਅਦਾ ਕਰਕੇ ਅਜਿਹਾ ਦਿਖਾਇਆ ਜਾ ਰਿਹਾ ਹੈ ਜਿਵੇਂ ਕੋਈ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਗਿਆ ਹੋਵੇ। ਪਰ ਜਿਸ ਬੰਦੇ ਦੀ ਨੌਕਰੀ ਦੀ ਸੁਰੱਖਿਆ ਹੀ ਸਿਫਰ ਹੋਵੇ, ਉਸ ਲਈ ਇਹਨਾਂ ਛੋਟੀਆਂ-ਛੋਟੀਆਂ ਛੋਟਾਂ ਦਾ ਕੀ ਮਤਲਬ ਰਹਿ ਜਾਂਦਾ ਹੈ? ਇਹ ਕੰਟਰੈਕਟ ਹਰ ਸਾਲ ਰੀਨਿਊ ਹੋਣਾ ਹੈ ਅਤੇ ਕਿਸੇ ਵੀ ਨਿੱਕੀ ਜਿਹੀ ਗਲਤੀ ਤੇ ਮੁਲਾਜ਼ਮ ਨੂੰ ਇੱਕ ਝਟਕੇ ਵਿੱਚ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਪੰਜਾਬ ਦਾ ਸਫਾਈ ਕਰਮਚਾਰੀ, ਪਾਵਰਕਾਮ ਦਾ ਲਾਈਨਮੈਨ, ਵਾਟਰ ਸਪਲਾਈ ਦਾ ਕਾਮਾ, ਇਹ ਸਾਰੇ ਅੱਜ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਕਿਉਂ ਹਨ? ਕਿਉਂਕਿ ਉਹ ਸਮਝ ਚੁੱਕੇ ਹਨ ਕਿ ਇਹ ਬਿੱਲ ਉਹਨਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਲਈ ਨਹੀਂ, ਸਗੋਂ ਉਹਨਾਂ ਨੂੰ ਹਮੇਸ਼ਾ ਲਈ ਕੰਟਰੈਕਟ ਦੀ ਦਲਦਲ ਵਿੱਚ ਤੱਕਣ ਲਈ ਲਿਆਂਦਾ ਗਿਆ ਹੈ। ਪੁਰਾਣੇ 2016 ਵਾਲੇ ਐਕਟ ਨੂੰ ਰੱਦ ਕਰਕੇ ਨਵਾਂ ਬਿੱਲ ਲਿਆ ਕੇ ਸਰਕਾਰ ਆਪਣੀ ਪਿੱਠ ਆਪ ਥਾਪੜ ਰਹੀ ਹੈ। ਪਰ ਸੱਚਾਈ ਇਹ ਹੈ ਕਿ ਇਹ ਬਿੱਲ ਪੱਕੀ ਨੌਕਰੀ, ਬਰਾਬਰ ਤਨਖਾਹ ਅਤੇ ਪੁਰਾਣੀ ਪੈਨਸ਼ਨ ਸਕੀਮ ਵਰਗੀਆਂ ਬੁਨਿਆਦੀ ਮੰਗਾਂ ਦਾ ਭੋਗ ਪਾਉਂਦਾ ਹੈ। ਸੈਸ਼ਨ ਦੇ ਆਖਰੀ ਦਿਨ ਯਾਨੀ ਅੱਜ ਸੋਮਵਾਰ ਨੂੰ ਇਸ ਨੂੰ ਬਿਨਾਂ ਕਿਸੇ ਚਰਚਾ ਦੇ ਪਾਸ ਕਰਵਾਉਣ ਦੀ ਕਾਹਲ ਹੀ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ਡਾਲ ਵਿੱਚ ਕੁਝ ਕਾਲਾ ਨਹੀਂ, ਸਗੋਂ ਪੂਰੀ ਦੀ ਪੂਰੀ ਡਾਲ ਹੀ ਕਾਲੀ ਹੈ। ਆਊਟਸੋਰਸ ਮੁਲਾਜ਼ਮਾਂ ਨਾਲ ਕੀਤਾ ਗਿਆ ਇਹ ਇੱਕ ਅਜਿਹਾ ਵੱਡਾ ਧੋਖਾ ਹੈ ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਅਤੇ ਆਪਣਾ ਹੱਕ ਮੰਗਦੇ ਕਾਮੇ ਕਦੇ ਬਰਦਾਸ਼ਤ ਨਹੀਂ ਕਰਨਗੇ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਜ ਦੇ ਸਰਕਾਰੀ, ਅਰਧ ਸਰਕਾਰੀ ਅਤੇ ਕੱਚੇ ਮੁਲਾਜ਼ਮਾਂ ਨਾਲ ਕਈ ਵੱਡੇ ਵਾਅਦੇ ਕੀਤੇ ਸਨ। ਪਾਰਟੀ ਦਾ ਸਭ ਤੋਂ ਪ੍ਰਮੁੱਖ ਵਾਅਦਾ ਠੇਕੇਦਾਰੀ ਸਿਸਟਮ ਨੂੰ ਜੜੋਂ ਖਤਮ ਕਰਨਾ ਅਤੇ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਲਗਭਗ 36,000 ਕੱਚੇ, ਅਸਥਾਈ, ਦਿਹਾੜੀਦਾਰ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਪੱਕਾ ਕਰਨਾ ਸੀ। ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਲੱਖਾਂ ਪੋਸਟਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਭਰਨ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨ ਅਤੇ ਮੁਲਾਜ਼ਮਾਂ ਦੀਆਂ ਪੈਂਡਿੰਗ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਏ ਜਲਦ ਜਾਰੀ ਕਰਨ ਦੇ ਦਾਅਵੇ ਕੀਤੇ ਗਏ ਸਨ। ਨਾਲ ਹੀ ਆਪ ਨੇ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਗਾਰੰਟੀ ਵੀ ਦਿੱਤੀ ਸੀ। ਜੇਕਰ ਵਾਅਦੇ ਪੂਰੇ ਹੋਣ ਦੀ ਹਕੀਕਤ ਦੇਖੀ ਜਾਵੇ ਤਾਂ ਸਰਕਾਰ ਨੇ 35,000 ਤੋਂ ਵੱਧ ਨਵੀਆਂ ਪੱਕੀਆਂ ਸਰਕਾਰੀ ਭਰਤੀਆਂ ਕਰਕੇ ਰੋਜ਼ਗਾਰ ਦੇ ਖੇਤਰ ਵਿੱਚ ਆਪਣਾ ਇੱਕ ਮੁੱਖ ਵਾਅਦਾ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਦੇ ਲਗਭਗ 12,000 ਤੋਂ ਵੱਧ ਕੱਚੇ ਅਧਿਆਪਕਾਂ ਅਤੇ ਐਜੂਕੇਸ਼ਨ ਪ੍ਰੋਵਾਈਡਰਾਂ ਦੀਆਂ ਸੇਵਾਵਾਂ ਨੂੰ ਵਿਸ਼ੇਸ਼ ਕੈਡਰ ਬਣਾ ਕੇ 58 ਸਾਲ ਦੀ ਉਮਰ ਤੱਕ ਲਈ ਸੁਰੱਖਿਅਤ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ। ਹਾਲਾਂਕਿ ਇਸ ਨੂੰ ਜ਼ਮੀਨੀ ਪੱਧਰ ਤੇ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਪ੍ਰਕਿਰਿਆ ਅਜੇ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੀ ਹੈ। ਹਾਲਾਂਕਿ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਪੱਕਾ ਕਰਨ ਦੇ ਵਾਅਦੇ ਤੇ ਸਰਕਾਰ ਪੂਰੀ ਤਰ੍ਹਾਂ ਖਰੀ ਨਹੀਂ ਉਤਰੀ, ਜਿਸ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਸਾਰਿਆਂ ਨੂੰ ਸਿੱਧਾ ਪੱਕਾ ਕਰਨ ਦੀ ਬਜਾਏ ਸਰਕਾਰ ਨਵਾਂ ਬਿੱਲ ਲੈ ਕੇ ਆਈ ਹੈ, ਜਿਸ ਵਿੱਚ ਆਊਟਸੋਰਸ ਮੁਲਾਜ਼ਮਾਂ ਨੂੰ ਪਹਿਲਾਂ ਸਰਕਾਰੀ ਕੰਟਰੈਕਟ ਤੇ ਲਿਆਉਣ ਅਤੇ ਫਿਰ 10 ਸਾਲ ਹੋਰ ਇੰਤਜ਼ਾਰ ਕਰਨ ਦੀ ਸ਼ਰਤ ਰੱਖੀ ਗਈ ਹੈ। ਯੂਨੀਅਨਾਂ ਦਾ ਇਲਜ਼ਾਮ ਹੈ ਕਿ ਠੇਕੇਦਾਰੀ ਖਤਮ ਕਰਨ ਦਾ ਦਾਅਵਾ ਤਾਂ ਕੀਤਾ ਗਿਆ ਹੈ, ਪਰ 13 ਤੋਂ 15 ਸਾਲ ਦੀ ਲੰਮੀ ਉਡੀਕ ਅਤੇ ਘੱਟੋ-ਘੱਟ ਉਜਰਤਾਂ ਦੀ ਸ਼ਰਤ ਕਾਰਨ ਮੁਲਾਜ਼ਮਾਂ ਨੂੰ ਪੂਰੀ ਜੌਬ ਸਿਕਿਉਰਿਟੀ ਅਤੇ ਪੱਕੇ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਅਜੇ ਵੀ ਨਹੀਂ ਮਿਲੀਆਂ।